ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜ ਮਹਿਲਪੁਰ ਵਿੱਚ ਭਾਨੂ ਬਹਿਲ ਨਾਮੀ ਸਿੱਖ ਰਹਿੰਦਾ ਸੀ। ਉਸਨੇ ਬੜੇ ਪ੍ਰੇਮ ਨਾਲ ਸਿੱਖੀ ਧਾਰਨ ਕੀਤੀ ਹੋਈ ਸੀ ਤੇ ਗੁਰੂ ਜੀ ਦੀ ਮੱਤ ਅਨੁਸਾਰ ਕਾਰ ਵਿਹਾਰ ਕਰਦਾ ਸੀ। ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਾ ਸੀ। ਜੋ ਕੁਝ ਵੀ ਘਰ ਵਿੱਚ ਹੁੰਦਾ ਸੀ ਉਸ ਨੂੰ ਵੰਡ ਕੇ ਖਾਂਦਾ ਸੀ। ਉਹ ਸ਼੍ਰੀ ਹਰਗੋਬਿੰਦ ਜੀ ਦੇ ਪਾਸ ਆਇਆ ਤੇ ਭੇਟ ਅੱਗੇ ਰੱਖ ਕੇ ਉਸਨੇ ਸਿਰ ਨਿਵਾਇਆ। ਗਿਆਨ ਦੇ ਸਾਗਰ ਭਾਵ ਗੁਰੂ ਜੀ ਨੂੰ ਪੁੱਛਣ ਲੱਗਾ, ਸ਼ਾਸਤਰਾਂ ਦੇ ਅਨੇਕ ਮਤ ਹਨ। ਕਈ ਤਪ ਅਤੇ ਤੀਰਥਾਂ ਦੀ ਮਹਿਮਾ ਗਾਉਂਦੇ ਹਨ, ਕਈ ਵਰਤ ਨੇਮ ਕਰੋ ਦੱਸਦੇ ਹਨ, ਕਈ ਜਗ ਹੋਮ ਵਿਸ਼ਾਲ ਕਰਦੇ ਹਨ, ਕਈ ਕਹਿੰਦੇ ਹਨ ਵਿਧੀ ਅਨੁਸਾਰ ਦਾਨ ਕਰੋ। ਪਰ ਸਤਿਗੁਰੂ ਜੀ ਦੇ ਘਰ ਵਡਿਆਈ ਕੇਵਲ ਸਤਨਾਮ ਦਾ ਸਿਮਰਨ ਕਰਨ ਨਾਲ ਹੀ ਮਿਲਦੀ ਹੈ। ਇਹਨਾਂ ਵਿੱਚ ਕੀ ਅੰਤਰ ਹੈ, ਇਸ ਬਾਰੇ ਦੱਸੋ। ਸਤਨਾਮ ਦੀ ਮਹਿਮਾ ਕਿਵੇਂ ਵੱਧ ਦੱਸਦੇ ਹੋ। ਗੁਰੂ ਜੀ ਨੇ ਇਹ ਸੁਣ ਕੇ ਬਚਨ ਕੀਤਾ, ਤੈਨੂੰ ਮਹਾਨ ਜੁਗਤੀ ਬਾਰੇ ਦੱਸਦੇ ਹਾਂ। ਸਤਨਾਮ ਨੂੰ ਏਕੇ ਦਾ ਹਿੰਦਸਾ ਜਾਣੋ। ਹੋਰ ਸਾਰੇ ਕਰਮ ਬਿੰਦੀ ਸਮਾਨ ਹਨ। ਇੱਕ ਦਾ ਹਿੰਦਸਾ ਪਹਿਲਾਂ ਲਿਖ ਦਿਓ। ਇਸ ਨੂੰ ਬਿੰਦੀ ਲਾਉਣ ਨਾਲ 10 ਗੁਣਾ ਵੱਡਾ ਬਣ ਜਾਂਦਾ ਹੈ। ਜੇ ਇੱਕ ਦੇ ਹਿੰਦਸੇ ਨੂੰ ਪਹਿਲਾਂ ਨਾ ਲਿਖੀਏ, ਕੇਵਲ ਬਿੰਦੀਆਂ ਹੀ ਲਿਖਦੇ ਰਹੀਏ, ਫਿਰ ਸਭ ਖਾਲੀ ਰਹਿੰਦਾ ਹੈ, ਕੁਝ ਵੀ ਨਹੀਂ ਬਣਦਾ। ਉਸ ਹਿੰਦਸੇ ਨੂੰ ਕੋਈ ਕਿਸੇ ਗਿਣਤੀ ਵਿੱਚ ਵੀ ਨਹੀਂ ਲੈਂਦਾ ਹੈ, ਕਿਉਂਕਿ ਉਹ ਸ਼ੂਨਿਆ ਹੀ ਰਹਿ ਜਾਂਦਾ ਹੈ। ਇਸ ਤਰ੍ਹਾਂ ਸਤਨਾਮ ਬਗੈਰ ਸਭ ਵਿਅਰਥ ਹੈ। ਜਿਨ੍ਹਾਂ ਪੁੰਨ ਕਰਮਾਂ ਦਾ ਫਲ ਆਦਿ ਅੰਤ ਵਾਲਾ ਹੈ, ਭਾਵ ਸ਼ੁਰੂ ਵੀ ਹੁੰਦਾ ਹੈ ਤੇ ਮੁੱਕ ਵੀ ਜਾਂਦਾ ਹੈ। ਜੇ ਇੱਕ ਨੂੰ ਬਿੰਦੀ ਨਾ ਲਾਈਏ ਤਾਂ ਏਕਾ 10 ਗੁਣਾ ਨਹੀਂ ਹੋਏਗਾ, ਪਰ ਏਕਾ ਬਣਿਆ ਰਹੇਗਾ, ਜਾਵੇਗਾ ਨਹੀਂ। ਹੋਰ ਸਾਰੇ ਧਰਮ ਪਿਛਲੇ ਯੁਗਾਂ ਦੇ ਹਨ। ਉਹ ਤਦ ਹੀ ਹੋ ਸਕਦੇ ਹਨ ਜੇ ਮਨੁੱਖ ਬਹੁਤ ਬਲਵਾਨ ਹੋਵੇ ਅਤੇ ਉਸ ਪਾਸ ਬਹੁਤ ਧਨ ਹੋਵੇ। ਕਲਯੁਗ ਵਿੱਚ ਕੇਵਲ ਸਤਨਾਮ ਹੀ ਪ੍ਰਧਾਨ ਹੈ। ਇਸ ਤੋਂ ਹੀ ਸੁੱਖਾਂ ਦਾ ਘਰ ਭਾਵ ਮੁਕਤੀ ਪ੍ਰਾਪਤ ਹੋ ਸਕਦੀ ਹੈ। ਨਾਮ ਤੋਂ ਬਗੈਰ ਛੁਟਕਾਰਾ ਨਹੀਂ ਹੋ ਸਕਦਾ। ਹੋਰ ਕਰਮ ਕਰਨ ਨਾਲ ਹੰਕਾਰ ਵੱਧ ਜਾਂਦਾ ਹੈ। ਹਰੀ ਦਾ ਨਾਮ ਸਿਮਰਨ ਕਰਨ ਨਾਲ ਮਨ ਸਨਿਮਰ ਹੋ ਜਾਂਦਾ ਹੈ। ਅੰਤ ਸਮੇਂ ਸੁੱਖਾਂ ਭਰਿਆ ਵਿਸ਼ਰਾਮ ਪ੍ਰਾਪਤ ਕਰਦਾ ਹੈ। ਇਹੋ ਅੰਤਰ ਹੈ, ਇਸ ਨੂੰ ਮਨ ਵਿੱਚ ਜਾਣ ਲਓ। ਇਸ ਵਿੱਚ ਕਿਸੇ ਪ੍ਰਕਾਰ ਦਾ ਹੰਕਾਰ ਨਹੀਂ ਹੈ। ਭਾਨੂ ਬਹਿਲ ਨੇ ਇਹ ਸੁਣ ਕੇ ਬੜਾ ਹੀ ਸੁੱਖ ਪਾਇਆ। ਗੁਰੂ ਜੀ ਦੇ ਕਹੇ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਇਸੇ ਤਰ੍ਹਾਂ ਬਦਲੀ ਸੋਢੀ ਤੇ ਸੇਠ ਗੋਪਾਲ ਸਦਾ ਹੀ ਸ਼੍ਰੀ ਹਰਗੋਬਿੰਦ ਸਾਹਿਬ ਦੇ ਨਾਲ ਰਹਿੰਦੇ ਸਨ। ਉਹ ਸਦਾ ਹੀ ਬਹੁਤ ਘਾਲਣਾ ਘਾਲਦੇ ਰਹਿੰਦੇ ਸਨ। ਇੱਕ ਸਮੇਂ ਉਹਨਾਂ ਨੇ ਗੁਰੂ ਜੀ ਨੂੰ ਇੱਕ ਪ੍ਰਸ਼ਨ ਕੀਤਾ, ਕੋਈ ਉਪਦੇਸ਼ ਦਿਓ ਜਿਸ ਨਾਲ ਸਾਡਾ ਪਰਮ ਕਲਿਆਣ ਹੋ ਜਾਏ। ਗੁਰੂ ਜੀ ਨੇ ਫਰਮਾਇਆ, ਬੜੇ ਸੁਖੀ ਰਹੋਗੇ ਜੇ ਸਭ ਦੇ ਅੱਗੇ ਨੀਵੇਂ ਹੋ ਕੇ ਚੱਲੋਗੇ। ਜਿਵੇਂ ਫੁਹਾਰੇ ਦੇ ਜਲ ਨੂੰ ਵੇਖਦੇ ਹਾਂ, ਜਿੰਨਾ ਨੀਵਾਂ ਜਾਂਦਾ ਹੈ ਓਨਾ ਹੀ ਉੱਚਾ ਚੜ੍ਹਦਾ ਹੈ। ਸਾਰਿਆਂ ਦੇ ਪੈਰਾਂ ਦੀ ਧੂੜ ਪੈਰਾਂ ਦੇ ਥੱਲੇ ਹੁੰਦੀ ਹੈ। ਇਸ ਗੁਣ ਕਰਕੇ ਉਹ ਸਾਰਿਆਂ ਦੇ ਸਿਰਾਂ 'ਤੇ ਚੜ੍ਹਦੀ ਹੈ। ਆਪਣੇ ਹੱਥ ਦੀ ਉਂਗਲੀ, ਜਿਸ ਨੂੰ ਅਸੀਂ ਛੋਟੀ ਕਹਿੰਦੇ ਹਾਂ, ਸੁੰਦਰ ਅੰਗੂਠੀ ਉਸ ਨੂੰ ਹੀ ਪਾਈ ਜਾਂਦੀ ਹੈ। ਪਰ ਦਰਖਤਾਂ ਤੋਂ ਛੋਟਾ ਚੰਦਨ ਦਾ ਰੁੱਖ ਹੁੰਦਾ ਹੈ। ਉਹ ਆਪਣੇ ਨੇੜੇ ਖੜੇ ਬ੍ਰਿਛਾਂ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ। ਜਿੰਨੀ ਵੀ ਕੋਈ ਉੱਚੀ ਪਦਵੀ ਪਾਉਣੀ ਚਾਹੁੰਦਾ ਹੈ, ਉਸ ਨੂੰ ਓਨਾ ਹੀ ਆਪਣਾ ਮਨ ਨੀਵਾਂ ਰੱਖਣਾ ਚਾਹੀਦਾ ਹੈ।
ਸਭ ਤੋਂ ਵੱਧ ਵਿਸ਼ਨੂੰ ਜੀ ਦੀ ਵਡਿਆਈ ਹੈ, ਕਿਉਂਕਿ ਉਹ ਸਦਾ ਹੀ ਮਨ ਨੂੰ ਸਭ ਨਾਲੋਂ ਨੀਵਾਂ ਰੱਖਦੇ ਹਨ। ਭ੍ਰਿਗੂ ਰਿਸ਼ੀ ਨੇ ਜਦ ਵਿਸ਼ਨੂੰ ਜੀ ਨੂੰ ਜਗਾਉਣ ਵਾਸਤੇ ਲੱਤ ਮਾਰੀ ਸੀ ਤਾਂ ਉਹ ਸਨਿਮਰ ਹੋ ਕੇ ਹੌਲੀ ਹੌਲੀ ਭ੍ਰਿਗੂ ਦੇ ਪੈਰ ਘੁੱਟਣ ਲੱਗ ਗਏ ਅਤੇ ਆਪਣੇ ਆਪ ਨੂੰ ਬ੍ਰਾਹਮਣ ਦੀ ਛੋਹ ਕਾਰਨ ਸਨਮਾਨਿਆ ਹੋਇਆ ਵਿਅਕਤੀ ਜਾਣਿਆ। ਪਾਂਡਵਾਂ ਦੇ ਯੱਗ ਵਿੱਚ ਉਹਨਾਂ ਨੇ ਰਿਸ਼ੀਆਂ ਦੇ ਪੈਰ ਧੋਤੇ ਸਨ। ਹੋਰ ਜਿਹੜੇ ਕੰਮ ਵਿਸ਼ਨੂੰ ਭਗਵਾਨ ਕਰਦਾ ਹੈ ਉਹ ਸਨਿਮਰ ਹੋ ਕੇ ਕਰਦਾ ਹੈ, ਹੰਕਾਰ ਧਾਰਨ ਨਹੀਂ ਕਰਦਾ। ਉੱਚੀ ਪਦਵੀ ਦੇਣ ਦੇ ਕਾਰਨ ਹਿਰਦੇ ਵਿੱਚ ਨਿਮਰਤਾ ਧਾਰਨ ਕੀਤੀ ਹੋਈ ਹੈ, ਹੰਕਾਰ ਬਿਲਕੁਲ ਨਹੀਂ ਹੈ। ਗੁਰਸਿੱਖਾਂ ਤੋਂ ਸਦਾ ਹਾਰ ਚਾਹੁੰਦਾ ਹੈ, ਇਹਨਾਂ ਉੱਤੇ ਕਦੀ ਵੀ ਜਿੱਤ ਪ੍ਰਾਪਤ ਕਰਨਾ ਨਹੀਂ ਚਾਹੁੰਦਾ। ਜਿਹੜਾ ਜਿੱਤਦਾ ਹੈ ਉਹ ਅੰਤ ਵਿੱਚ ਹਾਰਦਾ ਹੈ, ਜੋ ਹਾਰਦਾ ਹੈ ਉਹ ਜਿੱਤਣ ਵਾਲਾ ਹੈ। ਜਿਵੇਂ ਜਾਦੂ ਦੀ ਪੌੜੀ ਹੁੰਦੀ ਹੈ, ਐਸੀ ਕਲਾ ਸਹਿਤ ਬਣ ਜਾਂਦੇ ਹਨ। ਜਿਹੜਾ ਇਹ ਸਮਝਦਾ ਹੈ ਮੈਂ ਉੱਚਾ ਚੜ੍ਹ ਗਿਆ ਹਾਂ, ਉਹ ਉਤਰ ਕੇ ਥੱਲੇ ਹੀ ਆਵੇਗਾ। ਜੋ ਜਾਣੇ ਕਿ ਮੈਂ ਥੱਲੇ ਚਲੇ ਜਾਵਾਂ, ਉਹ ਅਚਾਨਕ ਉੱਪਰ ਚੜ੍ਹ ਜਾਂਦਾ ਹੈ। ਜਿੱਤਣ ਵਾਲਾ ਹਾਰਦਾ ਹੈ ਤੇ ਹਾਰਨ ਵਾਲਾ ਜਿੱਤਦਾ ਹੈ। ਇਸ ਤਰ੍ਹਾਂ ਸਿੱਖਾਂ ਵਿੱਚ ਉਲਟ ਰੀਤ ਹੁੰਦੀ ਹੈ। ਸਤ ਸੰਗਤ ਵਿੱਚ ਸਦਾ ਨੀਵੇਂ ਹੋ ਕੇ ਚੱਲੋ, ਮਿੱਠੇ ਬਚਨ ਬੋਲ ਕੇ ਸਿੱਖਾਂ ਨੂੰ ਮਿਲੋ। ਸਤਿਗੁਰੂ ਜੀ ਦਾ ਇਸ ਤਰ੍ਹਾਂ ਕਿਹਾ ਸੁਣ ਕੇ ਸਨਿਮਰ ਹੋ ਕੇ ਪਰਮ ਪਦਵੀ ਪ੍ਰਾਪਤ ਕੀਤੀ। ਇਸੇ ਤਰ੍ਹਾਂ ਸਤਿਗੁਰੂ ਜੀ ਪਾਸ ਇੱਕ ਸੁੰਦਰ ਚੱਡਾ ਨਾਮੀ ਗੁਰਸਿੱਖ ਆਇਆ, ਜਿਸ ਦਾ ਘਰ ਆਗਰੇ ਵਿੱਚ ਸੀ। ਸਿੱਖ ਇਕੱਠੇ ਹੋ ਕੇ ਧਰਮਸ਼ਾਲਾ ਵਿੱਚ ਮਿਲਦੇ ਸਨ, ਕੀਰਤਨ ਕਰਦੇ ਸਨ ਤੇ ਨਾਮ ਦਾ ਸਿਮਰਨ ਕਰਦੇ ਸਨ। ਜਿੱਥੇ ਵੀ ਭਜਨ ਕਰਦਿਆਂ ਨੂੰ ਵੇਖਦਾ ਸੀ, ਉੱਥੇ ਜਾ ਕੇ ਬਹੁਤ ਸੇਵਾ ਕਰਦਾ ਸੀ। ਉਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪਾਸ ਚੱਲ ਕੇ ਆਉਂਦਾ ਸੀ ਤੇ ਬੜੇ ਪ੍ਰੇਮ ਨਾਲ ਸੇਵਾ ਕਮਾਉਂਦਾ ਸੀ। ਇੱਕ ਦਿਨ ਬੜੇ ਹੀ ਪ੍ਰੇਮ ਨਾਲ ਗੁਰੂ ਜੀ ਦੇ ਪਾਸ ਬੈਠ ਗਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਕਿਸ ਵਿਧੀ ਅਨੁਸਾਰ ਸਿੱਖਾਂ ਦਾ ਉਧਾਰ ਕਰਦੇ ਹੋ? ਔਗਣ ਦੂਰ ਕਰਕੇ ਗੁਣ ਦੇ ਕੇ ਮੁਕਤ ਕਰਦੇ ਹੋ। ਇਹ ਸੁਣ ਕੇ ਸ੍ਰੀ ਹਰਗੋਬਿੰਦ ਜੀ ਨੇ ਕਿਹਾ, ਸਤਿਗੁਰੂ 4 ਪ੍ਰਕਾਰ ਦੇ ਹੁੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ 4 ਵਿੱਚੋਂ ਵੱਡੇ ਹਨ, ਜਿਨ੍ਹਾਂ ਦਾ ਨਾਮ ਸੁਣਨ ਨਾਲ ਹੀ ਜੰਮ ਛੱਡ ਜਾਂਦੇ ਹਨ। ਇੱਕ ਗੁਰੂ ਤਿਤਲੀ ਦੇ ਵਾਂਗ ਹੁੰਦਾ ਹੈ, ਕਿਸੇ ਜਾਤ ਦੇ ਕੀੜੇ ਨੂੰ ਵੀ ਉਹ ਲੈ ਲੈਂਦੀ ਹੈ, ਉਸ ਨੂੰ ਆਪਣੇ ਘਰ ਕਾਫੀ ਦੇਰ ਸਥਿਤ ਰੱਖਦੀ ਹੈ। ਕੀੜਾ ਵੀ ਧਿਆਨ ਧਾਰ ਕੇ ਤਿਤਲੀ ਬਣ ਜਾਂਦਾ ਹੈ। ਕਿਸੇ ਵੀ ਜਾਤ ਦੇ ਕੀੜੇ ਨੂੰ ਉਹ ਆਪਣੇ ਵਰਗਾ ਕਰ ਲੈਂਦੀ ਹੈ, ਪਰ ਸਾਰੇ ਕੀੜੇ ਤਿਤਲੀਆਂ ਨਹੀਂ ਬਣਦੇ ਹਨ। ਇਹ ਵੇਖਿਆ ਗਿਆ ਹੈ, ਉਹ ਕਿਸੇ ਇੱਕ ਜਾਤ ਦੇ ਕੀੜੇ ਨੂੰ ਆਪਣੇ ਵਰਗਾ ਬਣਾਉਂਦੀ ਹੈ। ਇੱਕ ਗੁਰੂ ਪਾਰਸ ਦੇ ਸਮਾਨ ਹੁੰਦਾ ਹੈ। ਜੇ ਉਸ ਨੂੰ ਕਿਸੇ ਇੱਕ ਧਾਤ ਨਾਲ ਛੁਹਾਇਆ ਜਾਵੇ ਤਾਂ ਉਸ ਨੂੰ ਸੋਨਾ ਬਣਾ ਦਿੰਦਾ ਹੈ, ਪਰ ਕਿਸੇ ਧਾਤ ਨੂੰ ਪਾਰਸ ਨਹੀਂ ਬਣਾ ਸਕਦਾ। ਆਪਣੇ ਗੁਣ ਕਿਸੇ ਨੂੰ ਨਹੀਂ ਦਿੰਦਾ। ਇੱਕ ਗੁਰੂ 52 ਚੰਦਨ ਵਾਂਗ ਹੁੰਦਾ ਹੈ। ਜਦ ਉਸ ਦੇ ਹਿੱਤ ਵਾਲੀ ਕੋਈ ਖਾਸ ਰੁੱਤ ਆਉਂਦੀ ਹੈ ਤਾਂ ਉਹ ਆਪਣੇ ਨੇੜੇ ਦੇ ਸਾਰੇ ਬ੍ਰਿਛਾਂ ਨੂੰ ਚੰਦਨ ਵਰਗਾ ਸੁਗੰਧਿਤ ਬਣਾ ਲੈਂਦਾ ਹੈ, ਪਰ ਖਾਸ ਰੁੱਤ ਤੋਂ ਬਗੈਰ ਨੇੜੇ ਦੇ ਬ੍ਰਿਛਾਂ ਵਿੱਚੋਂ ਸੁਗੰਧੀ ਨਹੀਂ ਆਉਂਦੀ ਹੈ। ਇੱਕ ਸਤਿਗੁਰ ਦੀਵੇ ਸਮਾਨ ਹੁੰਦੇ ਹਨ। ਉਹਨਾਂ ਨਾਲ ਜੇ ਕੋਈ ਦੀਵਾ ਆ ਮਿਲੇ ਤਾਂ ਉਸ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਹੈ, ਜੇ ਦੀਵੇ ਨੂੰ ਬੱਤੀ ਅਤੇ ਤੇਲ ਸਮੇਤ ਮਿਲਾਇਆ ਜਾਏ। ਸ੍ਰੀ ਗੁਰੂ ਨਾਨਕ ਦੇਵ ਜੀ ਪਰਮ ਕਿਰਪਾਲੂ ਹਨ। ਜੇ ਕੋਈ ਸ਼ਰਧਾ ਦੇ ਨਾਲ ਸਿੱਖ ਬਣਦਾ ਹੈ, ਸਤਿਗੁਰੂ ਦੀ ਬਾਣੀ ਪੜ੍ਹਦਾ ਅਤੇ ਸੁਣਦਾ ਹੈ, ਹੌਲੀ ਹੌਲੀ ਉਹ ਬ੍ਰਹਮ ਗਿਆਨੀ ਹੋ ਜਾਂਦਾ ਹੈ। ਉਹਨਾਂ ਦੀ ਆਤਮਾ ਆਨੰਦਮਈ ਬਣ ਜਾਂਦੀ ਹੈ। ਜੇ ਚਾਹੇ ਤਾਂ ਹੋਰਨਾਂ ਨੂੰ ਵੀ ਆਪਣੇ ਵਰਗਾ ਬਣਾ ਲੈਂਦੇ ਹਨ। ਕੋਈ ਵੀ ਸਾਧਨਾ ਨਹੀਂ ਚਾਹੀਦੀ ਹੈ, ਕੇਵਲ ਸਤ ਸੰਗਤ ਦਾ ਮੇਲੀ ਹੋਣਾ ਚਾਹੀਦਾ ਹੈ। ਇਸ ਤੋਂ ਹੀ ਕਲਿਆਣ ਪ੍ਰਾਪਤ ਹੋ ਜਾਂਦਾ ਹੈ। ਜਨਮ ਮਰਨ ਦੇ ਬੰਧਨਾਂ ਦਾ ਨਾਸ਼ ਹੋ ਜਾਂਦਾ ਹੈ। ਸਤਿਗੁਰੂ ਜੀ ਤੋਂ ਸੁੰਦਰ ਉਪਦੇਸ਼ ਸੁਣ ਕੇ ਸੁੰਦਰ ਚੱਡਾ ਸਤ ਸੰਗਤ ਦਾ ਵੱਡਾ ਪ੍ਰੇਮੀ ਬਣ ਗਿਆ। ਇਸੇ ਤਰ੍ਹਾਂ ਇੱਕ ਮੋਹਨ ਨਾਮੀ ਸਿੱਖ ਢਾਕੇ ਵਿੱਚ ਰਹਿੰਦਾ ਸੀ।
ਗੁਰਸਿੱਖੀ ਦੇ ਗੁਣ ਨੂੰ ਉਹ ਮਨ ਵਿੱਚ ਚਾਹੁੰਦਾ ਸੀ। ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਦੂਰ ਤੋਂ ਆਇਆ। ਆਪਣੀ ਸਮਰੱਥਾ ਅਨੁਸਾਰ ਉਸਨੇ ਭੇਟਾ ਗੁਰੂ ਜੀ ਨੂੰ ਅਰਪਣ ਕੀਤੀ। ਮੱਥਾ ਟੇਕ ਕੇ ਬੜਾ ਆਨੰਦ ਮਾਣਿਆ। ਬੜੇ ਪ੍ਰੇਮ ਸਹਿਤ ਉਹ ਗੁਰੂ ਜੀ ਦੇ ਪਾਸ ਰਿਹਾ। ਇੱਕ ਦਿਨ ਸੱਚੇ ਪਾਤਸ਼ਾਹ ਦੇ ਪਾਸ ਬੈਠ ਕੇ ਉਸਨੇ ਬੇਨਤੀ ਕੀਤੀ, ਜਨਮ ਮਰਨ ਦਾ ਵੱਡਾ ਕਸ਼ਟ ਹੈ। ਹੇ ਕਿਰਪਾਲੂ ਗੁਰੂ ਜੀ, ਇਸ ਕਸ਼ਟ ਨੂੰ ਮਿਟਾ ਦਿਓ। ਗੁਰੂ ਜੀ ਨੇ ਮੁਖ ਤੋਂ ਕਿਹਾ, ਤੂੰ ਆਪਣੇ ਆਪ ਨੂੰ ਨਹੀਂ ਪਛਾਣਿਆ ਹੈ। ਆਪਣੇ ਆਪ ਨੂੰ ਜਾਣਨ ਤੋਂ ਬਗੈਰ ਇਹ ਮਹਾਨ ਕਸ਼ਟ ਖਤਮ ਨਹੀਂ ਹੁੰਦਾ। ਇਹ ਦੱਸ, ਤੂੰ ਆਪਣਾ ਕਿਹੜਾ ਰੂਪ ਜਾਣਿਆ ਹੈ, ਜਿਸ ਦੇ ਹਿੱਤ ਵਿੱਚ ਸਦਾ ਚਿੱਤ ਰੰਗਿਆ ਰਹਿੰਦਾ ਹੈ। ਇਹ ਸੁਣ ਕੇ ਭਾਈ ਮੋਹਣ ਨੇ ਕਿਹਾ, ਅਸੀਂ ਤਾਂ ਮਨੁੱਖ ਤਨ ਰੂਪ ਹੀ ਵੇਖਿਆ ਹੈ। ਹੇ ਸੱਚੇ ਪਾਤਸ਼ਾਹ, ਅਸੀਂ ਤੇਰੇ ਸਿੱਖ ਹਾਂ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਇਹਨਾਂ ਸਾਰੇ ਸਰੀਰਾਂ ਨੂੰ ਪੰਜਾਂ ਤੱਤਾਂ ਦੇ ਬਣੇ ਵਿਚਾਰੋ। ਪੰਜ ਤੱਤ ਜਨਮ ਧਾਰਨ ਤੋਂ ਪਹਿਲਾਂ ਵੀ ਸਨ। ਜਦ ਸਰੀਰ ਨਸ਼ਟ ਹੋ ਜਾਏਗਾ ਤਦ ਵੀ ਪੰਜ ਤੱਤ ਰਹਿਣਗੇ। ਇਸ ਕਰਕੇ ਗੁਰੂ ਅਤੇ ਸਿੱਖ ਦੇ ਤਨ ਸਮਾਨ ਹਨ। ਇਸ ਕਰਕੇ ਪ੍ਰਮਾਤਮਾ ਵੀ ਦੋਹਾਂ ਵਿੱਚ ਕਿਸੇ ਤਰ੍ਹਾਂ ਘੱਟ ਨਹੀਂ। ਭਾਵ ਜਿਵੇਂ ਗੁਰੂ ਅਤੇ ਸਿੱਖ ਦੋਹਾਂ ਦੇ ਸਰੀਰ ਪੰਜ ਤੱਤਾਂ ਦੇ ਹਨ, ਤਿਵੇਂ ਵਿਆਪਕ ਪਰਮਾਤਮਾ ਵੀ ਦੋਹਾਂ ਵਿੱਚ ਬਰਾਬਰ ਹੈ। ਪਰਮਾਤਮਾ ਨਾ ਜੰਮਦਾ ਹੈ ਨਾ ਮਰਦਾ ਹੈ, ਸਾਖੀ ਰੂਪ ਵਿੱਚ ਇੱਕ ਸਮਾਨ ਹੁੰਦਾ ਹੈ। ਗੁਰੂ ਅਤੇ ਸਿੱਖ ਦੇ ਮਨ ਦਾ ਭੇਦ ਬਹੁਤ ਵੱਡਾ ਹੈ। ਗੁਰੂ ਜੀ ਦਾ ਮਨ ਉਜਲ ਹੁੰਦਾ ਹੈ, ਪਰ ਸਿੱਖ ਦਾ ਮਨ ਕਾਲਾ ਹੁੰਦਾ ਹੈ। ਇੱਕ ਸ਼ੁੱਧ ਹੈ, ਦੂਸਰਾ ਅਸ਼ੁੱਧ ਹੈ। ਜਦ ਸਿੱਖ ਸ਼ਰਨ ਵਿੱਚ ਆ ਕੇ ਪੂਜਾ ਕਰਦਾ ਹੈ, ਗੁਰੂ ਦਾ ਸ਼ਬਦ ਸੁਣ ਕੇ ਉਸ ਰਸਤੇ 'ਤੇ ਚੱਲੇ, ਹਿਰਦੇ ਵਿੱਚ ਸ਼ਬਦ ਨੂੰ ਧਾਰ ਕੇ ਸਥਿਰਤਾ ਪਾਵੇ। ਹੌਲੀ ਹੌਲੀ ਸਿੱਖ ਆਪਣੇ ਮਨ ਦੀ ਮੈਲ ਨੂੰ ਦੂਰ ਕਰਕੇ ਉਜਲ ਬਣਾਵੇ ਅਤੇ ਮੈਲ ਰਹਿਤ ਬਣ ਜਾਵੇ। ਫਿਰ ਸਿੱਖ ਆਪਣਾ ਰੂਪ ਪਛਾਣੇ, ਸਰੀਰ ਦੇ ਸਾਰੇ ਹੰਕਾਰ ਨੂੰ ਦੂਰ ਕਰੇ। ਜੀਵ ਅਤੇ ਈਸ਼ਵਰ ਦਾ ਲਕਸ਼ ਇੱਕੋ ਸਤ ਚਿੱਤ ਆਨੰਦ ਹੈ। ਬਾਣੀ ਦੋਹਾਂ ਦੀ ਵੱਖਰੀ ਪਛਾਣੋ। ਜੀਵ ਦੀ ਬਾਣੀ ਬਹੁਤ ਹੀ ਥੋੜ੍ਹੀ ਹੈ, ਈਸ਼ਵਰ ਦੀ ਬਾਣੀ ਹੀ ਸਰਵ ਵਿਆਪਕ ਹੈ। ਜਿਹੜਾ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਹ ਹੀ ਗਿਆਨਵਾਨ ਹੈ। ਇੱਕ ਜਲ ਉਜਲ ਹੈ, ਇੱਕ ਤਾਲ ਸਮਾਨ ਮਲੀਨ ਹੈ। ਸੂਰਜ ਦਾ ਪ੍ਰਤੀਬਿੰਬ ਦੋਵਾਂ ਵਿੱਚ ਵੇਖੋ। ਮੈਲੇ ਜਲ ਵਿੱਚ ਉਹ ਮੈਲਾ ਲੱਗਦਾ ਹੈ। ਜਿੱਥੇ ਜਲ ਉਜਲ ਅਤੇ ਸਾਫ਼ ਹੈ, ਉੱਥੇ ਸੂਰਜ ਵੀ ਉਜਲ ਅਤੇ ਸਾਫ਼ ਦਿਖਾਈ ਦਿੰਦਾ ਹੈ। ਸ਼ੁੱਧ ਸਤੋ ਗੁਣ ਮਾਇਆ ਵਿੱਚ ਹੈ। ਸ਼ੁੱਧ ਮਾਇਆ ਵਿੱਚ ਜੋ ਬ੍ਰਹਮ ਦਾ ਅਕਸ ਪੈਂਦਾ ਹੈ, ਉਹ ਈਸ਼ਵਰ ਹੈ। ਮਲੀਨ ਮਾਇਆ ਅਰਥਾਤ ਅਵਿਦਿਆ, ਤਮੋ ਗੁਣ ਵਿੱਚ ਬ੍ਰਹਮ ਦਾ ਅਕਸ ਜੀਵ ਹੈ। ਈਸ਼ਵਰ ਵਿੱਚ 6 ਗੁਣਾਂ ਨੂੰ ਜਾਣੇ ਜਾਂਦੇ ਹਨ। ਇਸ ਕਰਕੇ ਉਸ ਨੂੰ ਭਗਵਾਨ ਕਹਿੰਦੇ ਹਨ। 6 ਵਿਕਾਰਾਂ ਸਹਿਤ ਜੀਵ ਰਹਿੰਦਾ ਹੈ। ਭਿੰਨ ਭਿੰਨ ਸਾਰਿਆਂ ਦਾ ਬਿਰਤਾਂਤ ਸੁਣੋ। ਜਸ, ਐਸ਼ਵਰਜ, ਵਿਰਾਗ, ਉਦਾਰਤਾ, ਲక్ష్ਮੀ ਅਤੇ ਗਿਆਨ ਨੂੰ ਪੂਰਨ ਧਾਰਨ ਕਰੋ। 6 ਵਿਕਾਰ 'ਤੇ ਜਿਉਣਾ ਅਤੇ ਮਰਨਾ, ਇਹ ਸਰੀਰ ਦੇ ਦੋਵੇਂ ਵਰਨ ਹਨ। ਭੁੱਖ ਪਿਆਸ ਦੋਵੇਂ ਪ੍ਰਾਣਾਂ ਦੇ ਵਿਕਾਰ ਹਨ। ਖੁਸ਼ੀ ਗਮੀ ਇਹ ਦੋਵੇਂ ਮਨ ਦੇ ਵਿਕਾਰ ਹਨ। ਨਿਰਲੇਪ ਰੂਪ ਬ੍ਰਹਮ ਸਾਖੀ ਹੈ। ਜੇ ਕਿਸੇ ਵਿਆਕੁਲਤਾ ਤੋਂ ਬਗੈਰ ਪਛਾਣੇ ਤਾਂ ਮੁਕਤ ਹੋ ਜਾਂਦਾ ਹੈ। ਇਹ ਸੁਣ ਕੇ ਸਿੱਖਾਂ ਨੇ ਫਿਰ ਪ੍ਰਸ਼ਨ ਕੀਤੇ, ਤੁਸੀਂ ਸਤਨਾਮ ਹੀ ਗਾਇਆ ਹੈ। ਸਤਿਗੁਰੂ ਜੀ ਨੇ ਕਿਹਾ, ਮਨ ਵਿੱਚ ਸਮਝੋ ਜਿਵੇਂ ਪ੍ਰਵਾਹ ਦਾ ਵੇਗ ਬੜਾ ਤੇਜ਼ ਹੋਵੇ। ਇੱਕ ਬਾਹਾਂ ਦੀ ਸ਼ਕਤੀ ਨਾਲ ਤੇਜ਼ ਪ੍ਰਵਾਹ ਨੂੰ ਪਾਰ ਕਰਦਾ ਹੈ, ਪਰ ਐਸੇ ਵਿਰਲੇ ਹੀ ਹਨ। ਹਿਰਦੇ ਵਿੱਚ ਵਿਚਾਰ ਕਰੋ। ਬੇੜੀ ਵਿੱਚ ਚੜ੍ਹਾ ਕੇ ਸਾਰਿਆਂ ਨੂੰ ਪਾਰ ਕਰ ਲੈਂਦਾ ਹੈ। ਸੁੱਖ ਦੇ ਨਾਲ ਸਾਰੇ ਪਾਰ ਹੋ ਜਾਂਦੇ ਹਨ। ਉਸ ਤਰ੍ਹਾਂ ਹੀ ਸਤਨਾਮ ਨੂੰ ਵੱਡਾ ਜਹਾਜ਼ ਜਾਣੋ। ਨਾਮ ਜਪਣ ਨਾਲ ਮਨ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ। ਅੰਤ ਵਿੱਚ ਨਾਮ ਵੱਡਾ ਸਹਾਇਕ ਬਣਦਾ ਹੈ। ਸਾਰੇ ਕਸ਼ਟਾਂ ਦਾ ਸਦਾ ਲਈ ਨਾਸ਼ ਕਰ ਦਿੰਦਾ ਹੈ। ਕਲਯੁਗ ਵਿੱਚ ਇਸ ਦੇ ਬਰਾਬਰ ਹੋਰ ਕੋਈ ਦੂਜਾ ਨਹੀਂ ਹੈ। ਹਿਰਦੇ ਵਿੱਚ ਨਿਤ ਪੂਜਾ ਕਰਕੇ ਨਾਮ ਦਾ ਸਿਮਰਨ ਕਰੇ। ਜੇ ਮਨੁੱਖ ਨਿਤ ਨਾਮ ਦਾ ਜਾਪ ਕਰੇ ਤਾਂ ਉਹ ਮਨੁੱਖ ਧਨ ਹੈ। ਲਿਵ ਲੱਗਣ ਨਾਲ ਪ੍ਰਭੂ ਵੀ ਪ੍ਰਸੰਨ ਹੋ ਜਾਂਦਾ ਹੈ। ਗ੍ਰਸਤੀ ਰਹੇ ਜਾਂ ਸੰਨਿਆਸੀ ਹੋ ਜਾਏ,
ਜੇ ਨਾਮ ਨਾ ਜਪੇ ਤਾਂ ਗਲ ਵਿੱਚ ਫਾਂਸੀ ਆ ਪੈਂਦੀ ਹੈ। ਉੱਚਾ ਨੀਵਾਂ ਹੋਵੇ, ਰਾਜਾ ਜਾਂ ਗਰੀਬ, ਜੇ ਨਾਮ ਦਾ ਸਹਿ ਸੁਭਾਅ ਸਿਮਰਨ ਕਰੇ ਉਹਨਾਂ ਬਰਾਬਰ ਫਿਰ ਹੋਰ ਕੋਈ ਨਹੀਂ ਹੋ ਸਕਦਾ। ਬ੍ਰਾਹਮਣ ਬੇਸ਼ੱਕ ਕਿੰਨਾ ਮਹਾਨ ਤਪ ਅਤੇ ਵਰਤ ਵੀ ਕਰੇ, ਇਸ ਕਰਕੇ ਸਦਾ ਨਾਮ ਨੂੰ ਹਿਰਦੇ ਵਿੱਚ ਧਾਰੇ, ਆਪ ਤਰੇ ਅਤੇ ਆਪਣੇ ਪਿਤਰਾਂ ਨੂੰ ਵੀ ਧਾਰੇ। ਇਹ ਸੁਣ ਕੇ ਸਾਰੇ ਸਿੱਖਾਂ ਨੇ ਆਨੰਦ ਪਾਇਆ, ਸਤਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ। ਸਿਮਰਨ ਕਰਨ ਨਾਲ ਕਰੋੜਾਂ ਸਿੱਖਾਂ ਦਾ ਉਧਾਰ ਹੋ ਗਿਆ। ਕੌਣ ਵਰਣਨ ਕਰਕੇ ਉਹਨਾਂ ਦਾ ਅੰਤ ਪਾ ਸਕਦਾ ਹੈ। ਸਤਿਗੁਰੂ ਜੀ ਸਿੱਖਾਂ ਨੂੰ ਗੁਰਮਤਿ ਨਾਲ ਜੋੜਦੇ ਸਨ, ਸਿੱਖੀ ਦੇ ਹਿੱਤ ਵਾਸਤੇ ਗੁਰਮਤਿ ਗ੍ਰਹਿਣ ਕਰਵਾਉਂਦੇ ਸਨ। ਉਹ ਸਿੱਖ ਦੇ ਵੱਡੇ ਭਾਗ ਹਨ ਜਿਸ ਨੇ ਗੁਰਮਤਿ ਨੂੰ ਪਾਇਆ ਹੈ, ਆਪ ਤਰਿਆ ਤੇ ਆਪਣੇ ਸੰਗੀਆਂ ਦੇ ਸਾਰੇ ਦੁੱਖ ਦੂਰ ਕਰਕੇ ਉਹਨਾਂ ਨੂੰ ਵੀ ਤਾਰ ਲਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।